ਭਾਸਕਰ ਸਾਹਿਬ ਕੱਲ ਦਾ ਰੌਲਾ ਪਿਆ ਔਰ ਉਸ ਰੌਲੇ 'ਚ ਅਸੀਂ ਵੀ ਸ਼ਾਮਲ ਹੈ। ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਨਵੀਂ ਵਿਧਾਨ ਸਭਾ ਬਣਾਉਣੀ ਹੈ ਔਰ ਉਹ ਸਿਰਫ ਤੇ ਸਿਰਫ 1 ਕਿਲੋਮੀਟਰ ਦੇ ਦਾਇਰੇ 'ਚ ਜ਼ਮੀਨ ਐਕਸਚੇਂਜ ਕਰਨਾ ਚਾਹ ਰਿਹਾ ਤੇ ਇਹਦੇ ਉੱਤੇ ਪੂਰੀ ਸਿਆਸਤ ਹੋ ਰਹੀ ਹੈ। ਪਰ ਦਰਅਸਲ ਇਹਦਾ ਸਟੇਟਸ ਕੀ ਹੈ ਔਰ ਇਹਦੇ ਉੱਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਜਿਹਨੇ ਜ਼ਮੀਨ ਦੇਣੀ ਹੈ ਤੇ ਹਰਿਆਣੇ ਵਾਲੇ ਜਿਹਨਾਂ ਜ਼ਮੀਨ ਲੈਣੀ ਆ ਕੋਈ ਮੂੰਹ ਖੋਲਦੇ ਪਏ। ਵੈਸੇ ਪੰਜਾਬ ਸਰਕਾਰ ਤਾਂ ਚੁੱਪ ਕਰਕੇ ਟਾਈਮ ਟਪਾ ਰਹੀ ਹੈ, ਪਰ ਇਹਨਾਂ ਦੋਵਾਂ ਦਾ ਕੀ ਹੈ ਹੁਣ ਤੱਕ ਦੀ ਲੇਟੈਸਟ ਸਥਿਤੀ ਨਾਲ ਸਾਡੀ ਸਾਂਝ ਪਾਓ। ਕੱਲ ਇੱਕ ਖਬਰ ਨਸ਼ਰ ਹੋਈ ਸੀ ਕਿ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕਰ ਲਿਆ ਕਿ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇ ਵਾਸਤੇ 10 ਏਕੜ ਜ਼ਮੀਨ 12 ਏਕੜ ਜ਼ਮੀਨ ਦੇ ਬਦਲੇ ਜਿਹੜੀ ਪੰਚਕੂਲਾ ਦੇ ਵਿੱਚ ਹੈਗੀ ਹੈ ਉਹ ਦਿੱਤੀ ਜਾਏਗੀ ਔਰ ਡੀਮਾਰਕੇਸ਼ਨ ਦੀ ਰਿਪੋਰਟ ਵਗੈਰਾ ਸਾਰੀ ਚੀਜ਼ਾਂ ਮੰਗ ਲਈ ਸੀ। ਹੁਣ ਥੋੜੀ ਜੀ ਉਹਦੇ ਉੱਤੇ ਇੱਕ ਠੱਲ ਪਈ ਹੈ। ਉਹ ਠੱਲ ਵੀ ਇਸ ਕਰਕੇ ਨਹੀਂ ਪਈ ਕਿ ਪੰਜਾਬ ਨੇ ਕੋਈ ਆਬਜੈਕਸ਼ਨ ਕੀਤਾ ਹੋਏ, ਇਹ ਠੱਲ ਵੀ ਇਸ ਕਰਕੇ ਨਹੀਂ ਪਈ ਕਿ ਹਰਿਆਣਾ ਦੇ ਵਿੱਚ ਇਸ ਮੁੱਦੇ ਤੇ ਰਾਜਨੀਤੀ ਸ਼ੁਰੂ ਹੋਈ ਹੈ। ਇਹ ਸਿਰਫ ਇਸ ਕਰਕੇ ਹੋਈ ਹੈ ਕਿ ਜਿਹੜਾ ਈਕੋ ਸੈਂਸਿਟਿਵ ਜ਼ੋਨ ਹੈ, ਜਿਹੜਾ 12 ਏਕੜ ਹਰਿਆਣਾ ਦੇਣ ਦੀ ਗੱਲ ਕਰ ਰਿਹਾ, ਉਹਦੀ ਕਲੀਅਰੈਂਸ ਹਜੇ ਮਿਲਣੀ ਬਾਕੀ ਹੈ। ਉਹਦੇ ਉੱਤੇ ਕੋਈ ਡਿਵੈਲਪਮੈਂਟ ਪ੍ਰੋਜੈਕਟ ਹੋ ਸਕਦੇ ਆ, ਨਹੀਂ ਹੋ ਸਕਦੇ ਆ। ਇਹ ਰਿਪੋਰਟ ਜਦ ਹਰਿਆਣਾ ਦੇਗਾ ਤੇ ਉਸ ਮੁੱਦੇ ਦੇ ਉੱਤੇ ਯੂਟੀ ਦੇ ਡਿਪਟੀ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ ਉਹ ਆਪਣੀ ਇੱਕ ਰਿਪੋਰਟ ਤਿਆਰ ਕਰਕੇ ਗਵਰਨਰ ਸਾਹਿਬ ਨੂੰ ਦੇਣਗੇ ਤੇ ਫਿਰ ਫਾਈਨਲ ਫੈਸਲਾ ਗਵਰਨਰ ਸਾਹਿਬ ਨੇ ਕਰਨਾ ਹੈ ਕਿ ਗਵਰਨਰ ਸਾਹਿਬ ਹਰਿਆਣਾ ਨੂੰ ਇਹ 10 ਏਕੜ ਜ਼ਮੀਨ ਦਿੰਦੇ ਆ ਜਾਂ ਨਹੀਂ ਦਿੰਦੇ। ਇਹਦੇ ਨਾਲ ਪੰਜਾਬ ਤੇ ਹਰਿਆਣਾ ਦੋਨਾਂ ਦੇ ਵਿੱਚ ਸਿਆਸਤ ਦਾ ਆ ਗਿਆ ਹੜ। ਜਿੱਥੇ ਤੱਕ ਪੰਜਾਬ ਦੀ ਗੱਲ ਕਰੀਏ, ਬਾਜਵਾ ਸਾਹਿਬ ਨੇ ਤੇ ਸਿੱਧਾ ਕਹਿਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਦੇ ਨਾਲ ਸਮਝੌਤਾ ਕਰ ਰਹੀ ਹੈ ਔਰ ਇਸ ਮੁੱਦੇ ਦੇ ਉੱਤੇ ਨਿੱਠ ਕੇ ਖੜ ਨਹੀਂ ਰਹੀ, ਲੜ ਨਹੀਂ ਰਹੀ। ਸੁਖਬੀਰ ਸਿੰਘ ਬਾਦਲ ਉਹਨਾਂ ਨੇ ਤੇ ਇੱਥੇ ਤੱਕ ਕਹਿਤਾ ਕਿ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਬੀਜੇਪੀ ਦੇ ਨਾਲ ਮਿਲੀ ਹੋਈ ਹੈ ਔਰ ਇਹ ਮਿਲ ਜੁਲ ਕੇ ਪੰਜਾਬ ਦਾ ਚੰਡੀਗੜ੍ਹ ਦੇ ਹੱਕ ਨੂੰ ਡਾਇਲੂਟ ਕਰਨਾ ਇੱਕ ਸੋਚੀ ਸਮਝੀ ਚਾਲ ਹੈ। ਹੁਣ ਏਦਾਂ ਦੇ ਬਿਆਨਾਂ ਦੇ ਬਾਅਦ ਭਗਵੰਤ ਮਾਨ ਉਹਨਾਂ ਦਾ ਵੀ ਇੱਕ ਬਿਆਨ ਆਇਆ। ਉਹ ਕਹਿੰਦੇ ਪਹਿਲੇ ਮੈਂ ਏਕੜ ਜਿਹੜੇ ਹੜ੍ਹ ਦੇ ਵਿੱਚ ਡੁੱਬੇ ਹੋਏ ਨੇ ਉਹਨੂੰ ਬਚਾ ਲਾਂ, ਬਾਅਦ ਚੋਂ ਮੈਂ ਉਹ ਜਿਹੜੇ 10 ਏਕੜ ਦੀ ਗੱਲ ਚੰਡੀਗੜ੍ਹ ਦੀ ਹੈਗੀ ਉਸ ਮੁੱਦੇ ਦੇ ਉੱਤੇ ਹੜ੍ਹ ਤੋਂ ਬਾਅਦ ਮੈਂ ਗੱਲ ਕਰੂੰਗਾ। ਕੱਲ ਉਹਨਾਂ ਨੇ ਕੋਈ ਜਲਦਬਾਜ਼ੀ ਨਹੀਂ ਕੀਤੀ ਟਵੀਟ ਛੱਡਣ ਦੀ, ਜਿੱਦਾਂ ਪਹਿਲੇ ਕੀਤੀ ਸੀਗੀ ਜਦ ਜੈਪੁਰ ਦੇ ਵਿੱਚ ਕੋਈ ਗੱਲ ਤੁਰੀ ਸੀਗੀ, ਪਰ ਕੱਲ ਉਹਨਾਂ ਨੇ ਕੁਛ ਏਦਾਂ ਦਾ ਨਹੀਂ ਕੀਤਾ। ਹੁਣ ਗੱਲ ਕਰੀਏ ਹਰਿਆਣਾ ਦੀ। ਹਰਿਆਣਾ ਦੇ ਵਿੱਚ ਵੀ ਇਹ ਮੁੱਦਾ 10 ਏਕੜ ਜ਼ਮੀਨ ਵੱਖਰੀ ਵਿਧਾਨ ਸਭਾ ਦਾ ਸਿਖਰ ਤੇ ਹੈ। ਉੱਥੇ ਦੇ ਜਿਹੜੇ ਪੂਰਬ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਤੇ ਇਹਦਾ ਸਖਤ ਵਿਰੋਧ ਕੀਤਾ ਹੈ। ਹਜੇ ਪੰਜਾਬ ਦਾ ਵਿਰੋਧ ਇੰਨਾ ਸਟਰੋਂਗ ਨਹੀਂ ਹੈਗਾ, ਪਰ ਉਹਨਾਂ ਨੇ ਬੜਾ ਪੁਰਜੋਰ ਤਰੀਕੇ ਨਾਲ ਕਿਹਾ ਹੈ ਕਿ ਅਗਰ 10 ਏਕੜ ਜ਼ਮੀਨ ਹਰਿਆਣਾ ਵੱਖਰੀ ਆਪਣੀ ਵਿਧਾਨ ਸਭਾ ਦੇ ਵਿੱਚ ਲੈਂਦਾ ਤੇ ਸਾਡਾ ਕਲੇਮ ਚੰਡੀਗੜ੍ਹ ਦੇ ਉੱਤੇ ਡਾਇਲੂਟ ਹੋਏਗਾ। ਇਹ ਤੇ ਉਹੀ ਗੱਲ ਹੋ ਗਈ ਕਿ ਆਪਣੇ ਹੀ ਘਰ ਦੇ ਵਿੱਚ ਮੈਂ ਆਪਣੀ ਚੀਜ਼ ਨੂੰ ਖਰੀਦ ਰਿਹਾ, ਯਾਨੀ ਚੰਡੀਗੜ੍ਹ ਦੇ ਉੱਤੇ ਹਰਿਆਣਾ ਦਾ ਕਲੇਮ ਸਟਰੋਂਗ ਹੈ, ਇਹ ਹੁੱਡਾ ਸਾਹਿਬ ਮੰਨਦੇ ਨੇ। ਔਰ ਜੇ 10 ਏਕੜ ਖਰੀਦਣ ਦੀ ਗੱਲ ਚੱਲਦੀ ਹੈ, 600 ਏਕੜ ਖਰਚਣ 600 ਕਰੋੜ ਖਰਚਣ ਦੀ ਗੱਲ ਚੱਲਦੀ ਹੈ, ਇਹ ਤੇ ਉਹੀ ਹੋਇਆ ਏਰੀਆ ਮੇਰਾ ਹੈ, ਉਹਦੇ ਵਿੱਚੋਂ ਇੱਕ ਪਿਆਲੀ ਮੈਂ ਹੋਰ ਖਰੀਦ ਰਿਹਾ। ਇਹ ਗੱਲ ਸਮਝ ਨਹੀਂ ਆਉਂਦੀ। ਯਾਨੀ ਹਰਿਆਣਾ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਰਾਜਨੀਤੀ ਸਿਖਰ ਤੇ ਹੈ। ਹੁਣ ਅਗਰ ਹਰਿਆਣਾ ਵੱਖਰੀ ਵਿਧਾਨ ਸਭਾ ਦੇ ਵਿੱਚ ਵਾਸਤੇ 10 ਏਕੜ ਜ਼ਮੀਨ ਲੈ ਲੈਂਦਾ ਤੇ ਕੀ ਉਹ ਜਿੱਥੇ ਹੁਣ ਵਿਧਾਨ ਸਭਾ ਚੱਲਦੀ ਹੈ, ਯਾਨੀ ਪੰਜਾਬ ਦੀ ਵਿਧਾਨ ਸਭਾ ਦੇ ਬਿਲਕੁਲ ਨਾਲ, ਉਹਦੇ ਉੱਤੇ ਆਪਣਾ ਹੱਕ ਛੱਡ ਦੇਗਾ? ਔਰ ਜੇ ਉਹਦੇ ਉੱਤੇ ਆਪਣਾ ਹੱਕ ਛੱਡ ਦਿੰਦਾ ਹੈ, ਉਹਨੂੰ ਖਾਲੀ ਕਰ ਦਿੰਦਾ ਹੈ, ਉਹ ਹੈਗੀ ਹੈ ਕੈਪੀਟਲ ਵਰਲਡ ਹੈਰੀਟੇਜ ਬਿਲਡਿੰਗ। ਔਰ ਉਸ ਬਿਲਡਿੰਗ ਤੋਂ ਆਪਣਾ ਹੱਕ ਛੱਡਣ ਤੋਂ ਬਾਅਦ ਹਰਿਆਣਾ ਦਾ ਹੱਕ ਚੰਡੀਗੜ੍ਹ ਦੇ ਉੱਤੇ ਆਟੋਮੈਟਿਕਲੀ ਡਾਇਲੂਟ ਹੋ ਜਾਂਦਾ ਹੈ, ਕਿਉਂਕਿ 60-40 ਦੀ ਰੇਸ਼ੀਓ ਦੇ ਵਿੱਚ ਹਰਿਆਣਾ ਦੀ ਪ੍ਰਾਪਰਟੀ ਵੰਡੀ ਗਈ ਸੀ। ਤੁਸੀਂ ਦੇਖਿਆ ਹੋਵੇਗਾ, ਤੁਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਮੋਹਾਲੀ ਦੇ ਵਿੱਚ ਪੰਜਾਬ ਨੇ ਆਪਣੇ ਤਕਰੀਬਨ ਸਾਰੇ ਦਫ਼ਤਰ ਸ਼ਿਫਟ ਕਰਤੇ। ਉਹ ਦਫ਼ਤਰ ਸ਼ਿਫਟ ਕਰਨ ਦੀ ਕੋਈ ਪੋਲੀਟੀਕਲ ਵਜ੍ਹਾ ਨਹੀਂ ਸੀ, ਉਹਦੀ ਇੱਕ ਵਜ੍ਹਾ ਤੇ ਇਹ ਵੀ ਸੀਗੀ ਕਿ ਉਹਨਾਂ ਕੇਸਾਂ ਦੇ ਉਹ ਜਿਹੜੇ ਕੇਸਿਸ ਚੱਲ ਰਹੇ ਸੀ ਕਿ ਉਹਨਾਂ ਬਿਲਡਿੰਗ ਦੇ ਉੱਤੇ ਉਹ ਪੰਜਾਬ ਹਾਰ ਗਿਆ ਸੀਗਾ। ਔਰ ਇੱਥੇ ਤੱਕ ਕਿ ਪੰਜਾਬ ਦੀ ਕਾਫੀ ਸਾਰੇ ਦਫ਼ਤਰਾਂ ਦੇ ਰਿਕਾਰਡ ਮਾਰਕੀਟ ਤੇ ਯਾਨੀ ਰੋਡ ਤੇ ਰੱਖ ਦਿੱਤੇ ਗਏ ਸੀ ਔਰ ਉਹਨੂੰ ਸ਼ਿਫਟ ਕਰਕੇ ਮੋਹਾਲੀ ਦੇ ਨਵੇਂ ਦਫ਼ਤਰਾਂ ਦੇ ਵਿੱਚ ਇੱਕ ਤਰੀਕੇ ਨਾਲ ਡੰਪ ਕੀਤਾ ਗਿਆ ਸੀ। ਹੁਣ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਵੀ ਔਰ ਹਰਿਆਣਾ ਦੇ ਵਿੱਚ ਵੀ ਰਾਜਨੀਤੀ ਸਿਖਰ ਤੇ ਹੈ। ਹਰਿਆਣਾ ਦੇ ਵਿੱਚ ਅਸੈਂਬਲੀ ਇਲੈਕਸ਼ਨ ਬਹੁਤੀ ਜ਼ਿਆਦਾ ਦੂਰ ਨਹੀਂ, ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਪਹਿਲੇ ਹੀ ਕਹਿਤਾ ਹੈ, ਮੋਦੀ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਲੋਕ ਸਭਾ ਇਲੈਕਸ਼ਨ ਦੇ ਨਾਲ ਸਾਡੇ ਵੀ ਇਲੈਕਸ਼ਨ ਕਰਾ ਦਿੱਤੇ ਜਾਣ। ਤੇ ਇੱਕ ਪੋਲੀਟੀਕਲ ਮੁੱਦਾ ਵਜੋਂ ਸਿਆਸੀ ਗਲਿਆਰਿਆਂ ਦੇ ਵਿੱਚ ਵੱਜਦਾ ਰਹੇਗਾ, ਉੱਠਦਾ ਰਹੇਗਾ, ਖੜਦਾ ਰਹੇਗਾ। ਇਸ ਮੁੱਦੇ ਦੇ ਉੱਤੇ ਕੋਈ ਫੈਸਲਾ ਹੁੰਦਾ, ਕਿਉਂਕਿ ਹਰਿਆਣਾ ਦੇ ਵਿੱਚ ਵੀ ਬੀਜੇਪੀ ਦਾ ਵਿਰੋਧ ਇਸ ਕਰਕੇ ਹੋ ਰਿਹਾ ਵੀ ਇਹ ਜ਼ਮੀਨ ਤੁਸੀਂ ਕਿਉਂ ਲੈ ਰਹੇ ਹੋ ਵੱਖਰੀ, ਇਹਦੇ ਨਾਲ ਤੇ ਸਾਡਾ ਕੰਮ ਡਾਇਲੂਟ ਹੋਏਗਾ। ਔਰ ਦੂਜੀ ਗੱਲ ਸਵਾਲ ਇਹ ਵੀ ਹੁੰਦਾ ਕਿ ਯੂਟੀ ਯਾਨੀ ਚੰਡੀਗੜ੍ਹ ਜੇ ਆਪਣੀ ਐਡਜੋਇਨਿੰਗ ਸਟੇਟ ਹਿਮਾਚਲ ਹੋਏ, ਹਰਿਆਣਾ ਹੋਏ, ਪੰਜਾਬ ਦੇ ਵਿੱਚ ਏਦਾਂ ਕੋਈ ਜ਼ਮੀਨਾਂ ਨੂੰ ਸਵੈਪ ਕਰ ਸਕਦਾ ਕਿ ਵੀ ਪੰਜਾਬ ਦੀ ਕੁਝ ਜ਼ਮੀਨ ਲੈ ਲੈ, ਪੰਜਾਬ ਨੂੰ ਚੰਡੀਗੜ੍ਹ ਦੇ ਵਿੱਚ ਕੁਝ ਜ਼ਮੀਨ ਦੇ ਦੇ?
ਇਹ ਲੀਗਲੀ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ, ਇਹਦੇ ਉੱਤੇ ਵੀ ਖਾਸ ਕਰਕੇ ਇੱਕ ਸਵਾਲ ਖੜਾ ਹੁੰਦਾ ਜਦ ਤੁਹਾਡੀ ਯੂਨੀਅਨ ਟੈਰੀਟਰੀ ਜਾਂ ਕੈਪੀਟਲ ਉਹ ਵੀ ਡਿਸਪਿਊਟਡ ਹੋਏ, ਪੰਜਾਬ ਕਹਿੰਦਾ ਸਾਡੀ ਹੈ, ਹਰਿਆਣਾ ਕਹਿੰਦਾ ਸਾਡੀ ਹੈ, ਔਰ ਉਹਦੇ ਵਿੱਚ ਕੋਈ ਚੀਜ਼ ਕਿਸੇ ਤੀਜੇ ਨੂੰ ਦਿੱਤੀ ਜਾਂਦੀ ਹੈ ਜਾਂ ਦੂਜੇ ਨੂੰ ਦਿੱਤੀ ਜਾਂਦੀ ਹੈ, ਤੇ ਪਹਿਲੇ ਤੇ ਤੀਜੇ ਨੂੰ ਆਬਜੈਕਟ ਤੇ ਹੋਏਗਾ ਹੀ ਹੋਏਗਾ। ਦੇਖੋ ਭਾਸਕਰ ਸਾਹਿਬ, ਜਦੋਂ ਤੁਹਾਡੇ ਮਾਲਕ ਕਰਨ ਲਈ ਰਾਜੀ ਹੋਣ, ਫਿਰ ਯੂਟੀ ਕਿੱਥੇ ਲੈ ਲੇ ਕਿੱਥੋਂ ਦੇ ਫਰਕ ਨਹੀਂ ਪੈਂਦਾ। ਹਾਂ, ਇਸ ਗੱਲ ਨੂੰ ਜੇ ਅਦਾਲਤ ਵਿੱਚ ਲਿਜਾਇਆ ਜਾਵੇ ਕਿ ਕੀ ਇਸ ਤਰ੍ਹਾਂ ਦੇ ਏਰੀਆਜ਼ ਜਿਨ੍ਹਾਂ ਦੇ ਬਾਰੇ ਚ ਅਜੇ ਇੱਕ ਰਾਏ ਨਹੀਂ ਬਣੀ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਲੈਣ ਦਾ ਕਿਸੇ ਵੀ ਤਰ੍ਹਾਂ ਦੀ ਪੋਲਿਟਿਕਸ ਨੂੰ ਹੱਕ ਹੈ, ਇਹ ਕਾਫੀ ਅਹਿਮ ਹੋ ਸਕਦਾ ਕਿ ਅਦਾਲਤ ਇਹਦੇ ਵਿੱਚ ਦਖਲ ਦੇਵੇ। ਜੇ ਕੋਈ ਅਦਾਲਤ ਵਿੱਚ ਜਾਵੇਗੀ ਤਾਂ ਇਹਨਾਂ ਧਿਰਾਂ ਚੋਂ ਕੇ ਜਾਊਗੀ ਨਾ, ਦੂਜਾ ਬਾਹਰੋਂ ਬੰਦੇ ਨੂੰ ਕਿਉਂ ਸੁਣਨਗੇ ਅਗਲੇ। ਇੰਦਰਪ੍ਰੀਤ ਜੀ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੜਾ ਵੱਡਾ ਰੌਲਾ ਪੈ ਗਿਆ ਕੱਲ, ਭਾਵੇਂ ਸਰਕਾਰ ਨੇ ਮੂੰਹ ਨਹੀਂ ਖੋਲਿਆ ਔਰ ਇਹਦੇ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੋਈ ਮੂੰਹ ਨਹੀਂ ਖੋਲਿਆ ਅਧਿਕਾਰਤ ਤੌਰ ਤੇ, ਪਰ ਜਿਹੜਾ ਰੌਲਾ ਪੰਜਾਬ ਦੇ ਵਿੱਚ ਪਿਆ, ਪੋਲਿਟਿਕਸ ਤੋਂ ਪਰੇ ਵੀ ਬੜਾ ਰੌਲਾ ਪਿਆ ਔਰ ਸਿਆਣੇ ਲੋਕਾਂ ਦੇ ਵਿੱਚ ਇਹ ਗੱਲ ਤੁਰ ਪਈ ਕਿ ਇਹ ਗਲਤ ਹੋ ਰਿਹਾ ਜੋ ਹੋ ਰਿਹਾ। ਬੀਜੇਪੀ ਦੀ ਲੀਡਰਸ਼ਿਪ ਨੇ ਵੀ ਭਾਵੇਂ ਕੁਝ ਨਹੀਂ ਕਿਹਾ, ਨਵੇਂ ਜਾਖੜ ਸਾਹਿਬ ਬਣਿਆ, ਕੁਦਰਤੀ ਤੌਰ ਤੇ ਉਹਨਾਂ ਨੇ ਵੀ ਉੱਤੇ ਗੱਲ ਕੀਤੀ ਹੋਊਗੀ ਵੀ ਫਿਰ ਇਹਦੇ ਨਾਲ ਉਹ ਤਾਂ ਮੈਨੂੰ ਲਾਉਂਦੇ ਹੀ ਨਾ, ਜੇ ਮੈਨੂੰ ਫਸਾਉਣਾ ਹੀ ਸੀ, ਜੇ ਮੈਨੂੰ ਪਿੰਡਾਂ 'ਚ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾਣ ਜੋਗਾ ਛੱਡਣਾ ਹੀ ਨਹੀਂ, ਜਿਹਦੇ ਲਈ ਉਹ ਆਪਣੀ ਵਿਉਂਤਬੰਦੀ ਕਰ ਰਿਹਾ। ਜਾਖੜ ਸਾਹਿਬ ਆਪਣੀ ਸਾਰੇ ਪੰਜਾਬ ਦੇ ਦੌਰਿਆਂ ਦੀ ਇੱਕ ਤਰਤੀਬ ਤੈਅ ਕਰ ਰਿਹਾ, ਤੇ ਉਸ ਵੇਲੇ ਪੰਜਾਬ ਦੇ ਵਿੱਚ ਬਣਨ ਜੋਗੇ ਨਾ ਤੁਸੀਂ ਰਹੋ ਵੀ ਕੇਂਦਰ ਤਾਂ ਸਾਨੂੰ ਪੰਜਾਬ ਨੂੰ ਵੇਖਣਾ ਹੀ ਨਹੀਂ ਚਾਹੁੰਦਾ, ਤੇ ਤੁਸੀਂ ਆ ਗਏ ਹੋ ਸਾਡੇ ਵੱਲ, ਪਹਿਲਾਂ ਕੇਂਦਰ ਨੂੰ ਪੁੱਛੋ ਕਿ ਕਿੰਨਾ ਮੁੱਦਿਆਂ ਤੇ ਸਾਡੇ ਕੋਲੋਂ ਵੋਟਾਂ ਲੈਣੀਆਂ ਨੇ, ਸਾਨੂੰ ਨਾਲ ਜੋੜਨਾ ਹੈ। ਸੋ ਮੈਨੂੰ ਇੰਝ ਲੱਗਦਾ ਹੈ ਕਿ ਇਹ ਮੁੱਦਾ ਜਿਹੜਾ ਵਾ ਇਹ ਅੰਡਰ ਦਾ ਕਾਰਪੈਟ, ਇਹ ਥੋੜੀ ਦੇਰ ਲਈ ਦਰੀਆਂ ਥੱਲੇ ਸੁੱਟਿਆ ਗਿਆ ਲੱਗਦਾ। ਕੀ ਕਹਿੰਦੇ ਹੋ ਇਹਦੇ ਬਾਰੇ? ਨਹੀਂ, ਉਹਦੇ ਚ ਰੰਧਾਵਾ ਸਾਹਿਬ ਦੋ ਪੁਆਇੰਟ ਹੈ। ਇੱਕ ਤਾਂ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਅੰਡਰ ਦਾ ਕਾਰਪੇਟ ਹੋ ਗਿਆ, ਉਹ ਅੰਡਰ ਦਾ ਕਾਰਪੇਟ ਸਿਰਫ ਇਸ ਕਰਕੇ ਹੈ ਕਿ ਜਿਹੜੀ ਜਗ੍ਹਾ ਉੱਥੇ ਦਿੱਤੀ ਜਾ ਰਹੀ ਹੈ ਉਹ ਵਾਕਈ ਇਕੋ ਜ਼ੋਨ ਦੇ ਵਿੱਚ ਹੈ, ਉੱਥੇ ਕੋਈ ਕੰਸਟਰਕਸ਼ਨ ਅਲਾਉਡ ਨਹੀਂ ਹੈ, ਤੇ ਇਸ ਕਰਕੇ ਉਹ ਸਾਰਾ ਜ਼ੋਨ ਜਿਹੜਾ ਹੈਗਾ ਖਾਲੀ ਪਿਆ। ਤੇ ਨੈਚੁਰਲੀ ਹੈ ਕਿ ਜਦੋਂ ਯੂਟੀ ਚਾਹੇਗਾ ਕਿ ਜਿਹੜੀ ਤੁਸੀਂ 12 ਏਕੜ ਜ਼ਮੀਨ ਦੇ ਰਹੇ ਹੋ ਉਹ ਬਿਲਕੁਲ ਕਲੀਅਰ ਹੋਵੇ ਤਾਂ ਅਸੀਂ ਲਵਾਂਗੇ, ਤਾਂ ਅਸੀਂ ਤੁਹਾਨੂੰ ਆਪਣੀ 10 ਏਕੜ ਜ਼ਮੀਨ। ਦੂਜੀ ਗੱਲ, ਮੈਂ ਕੱਲ ਵੀ ਇੱਕ ਗੱਲ ਕਹੀ ਸੀ ਕਿ ਹਰਿਆਣਾ ਜਸਟ ਇੱਕ ਚੰਡੀਗੜ੍ਹ ਦੇ ਵਿੱਚ ਆਪਣਾ ਕਲੇਮ ਬਣਾਈ ਰੱਖਣ ਲਈ ਇਹ ਜ਼ਮੀਨ ਲੈ ਰਿਹਾ, ਅਦਰਵਾਈਜ਼ ਜਿੱਥੇ ਜ਼ਮੀਨ ਦਾ ਵਟਾਂਦਰਾ ਹੋ ਰਿਹਾ ਹੈ ਉਹ ਸਾਰੀ 1 ਕਿਲੋਮੀਟਰ ਦੇ ਅੰਦਰ ਹੈ, ਯਾਨੀ 1 ਕਿਲੋਮੀਟਰ ਤੋਂ ਤੁਸੀਂ ਬਾਹਰ ਚਲੇ ਜਾਓ ਤਾਂ ਹਰਿਆਣਾ ਸ਼ੁਰੂ ਹੋ ਜਾਏਗਾ, ਤੇ ਉੱਥੇ ਹੀ ਉਹਨਾਂ ਨੂੰ 12 ਏਕੜ ਜ਼ਮੀਨ ਦੇ ਰਿਹਾ ਹੈ। ਇੱਥੇ 1 ਕਿਲੋਮੀਟਰ ਅੰਦਰ ਆ ਕੇ ਉਹ 10 ਏਕੜ ਜ਼ਮੀਨ ਲੈ ਰਿਹਾ ਹੈ, ਸਿਰਫ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਦਾ ਅੰਤਰ ਹੋਏਗਾ, ਇਸ ਤੋਂ ਜ਼ਿਆਦਾ ਅੰਤਰ ਹੈ ਨਹੀਂ। ਪਰ ਕਿਉਂਕਿ ਜੇ ਉਹ ਪੰਚਕੂਲਾ ਚਲੇ ਜਾਂਦੇ ਆ ਤਾਂ ਫਿਰ ਉਹ ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਹੁੱਡਾ ਸਾਹਿਬ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਉੱਥੇ ਰੌਲਾ ਪਾ ਰਹੀਆਂ ਵੀ ਅਸੀਂ ਆਪਣੀ ਕੈਪੀਟਲ ਦੇ ਵਿੱਚ ਜਿਹੜਾ ਉਹ ਹੈਗਾ ਕਲੇਮ ਛੱਡਤਾ। ਦੇਖੋ, ਹਰਿਆਣਾ ਦਾ ਤਾਂ ਕਦੇ ਕਲੇਮ ਇੱਥੇ ਹੈ ਹੀ ਨਹੀਂ ਸੀ, ਇਹ ਵੈਸੇ ਹੀ ਹਰਿਆਣੇ ਵਾਲੇ ਰੌਲਾ ਗਲਤ ਪਾਈ ਜਾਂਦੇ। ਇਹ ਤਾਂ ਆਲਰੇਡੀ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਵਸਾਈ ਗਈ ਹੈ, ਹਰਿਆਣਾ ਇਸ 'ਚ ਨਹੀਂ ਹੈਗਾ। ਹਰਿਆਣਾ ਨੇ ਅਲੱਗ ਤੌਰ ਤੇ ਹੀ ਬਣਾਣੀ ਸੀ, ਉਹਨਾਂ ਨੇ ਟਰਾਈ ਵੀ ਕੀਤੀ ਕਿ ਅਸੀਂ ਸਾਰੀ ਬਣਾ ਲਈਏ। ਤੁਸੀਂ ਦੇਖੋ ਮੈਕਸਿਮਮ ਆਪਣੇ ਉਹ ਦਫ਼ਤਰ ਜਿਹੜੇ ਹੈਗੇ ਆ ਉਹ ਲਿਜਾ ਚੁੱਕੇ ਨੇ, ਸਿਰਫ ਇੱਕ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਵੀ ਟੂਚਰ ਦੀ ਅੜਾਈ ਹੋਈ ਹੈ, ਉਹਨਾਂ ਕੀ ਫਰਕ ਹੈ, ਬਾਕੀ ਤਾਂ ਉਹ ਜਾ ਚੁੱਕੇ ਹੈ, ਇਹਦੇ 'ਚ ਕੋਈ ਕਸਰ ਨਹੀਂ ਉਹਨਾਂ ਨੇ ਕੋਈ ਛੱਡੀ ਹੋਈ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਸੁਨੀਲ ਜਾਖੜ ਉਹਨਾਂ ਦੀ, ਸੁਨੀਲ ਜਾਖੜ ਹੋਣੀ, ਦੇਖੋ ਇਸ ਤਰ੍ਹਾਂ ਦਾ ਜਦੋਂ ਇਸ਼ੂ ਆ ਜਾਊਗਾ ਤਾਂ ਨੈਚੁਰਲੀ ਕਿਸੇ ਵੀ ਜਿਹੜੀ ਨੈਸ਼ਨਲ ਪਾਰਟੀ ਹੈ ਉਹਦੇ ਸਟੇਟ ਲੀਡਰਾਂ ਵਾਸਤੇ ਬੜਾ ਔਖਾ ਹੋ ਜਾਂਦਾ, ਖਾਸ ਤੌਰ ਤੇ ਜਦੋਂ ਤੁਸੀਂ ਫੈਸਲਾਕੁਨ ਪਾਰਟੀ ਹੋਈ ਤੁਸੀਂ ਹੋਵੋ। ਮੰਨ ਲਓ ਇਸ ਟਾਈਮ ਬੀਜੇਪੀ ਫੈਸਲਾਕੁਨ ਪਾਰਟੀ ਹੈ ਕੇਂਦਰ ਸਰਕਾਰ ਦੇ ਤੌਰ ਤੇ, ਤਾਂ ਉੱਥੇ ਦੇ ਜਿਹੜੀਆਂ ਸਟੇਟ ਦੀਆਂ ਮਤਲਬ ਯੂਨਿਟਾਂ ਨੇ ਉਹ ਆਪਸ 'ਚ ਲੜੀ ਜਾਣਗੀਆਂ, ਕਿਉਂਕਿ ਉਹ ਆਪਣੇ ਆਪਣੇ ਕਲੇਮਸ ਕਰਨਗੀਆਂ। ਜਿਹੜਾ ਜਾਖੜ ਸਾਹਿਬ ਨੇ ਜਾਣਾ ਹੈਗਾ, ਉਹ ਜਾਖੜ ਸਾਹਿਬ ਨੇ ਤਾਂ ਜਾਣਾ ਉਹ ਪੁਰਾਣਾ ਜਿਹੜਾ ਆਪਾਂ ਇੱਕ ਵਾਰੀ ਇਸ਼ੂ ਡਿਸਕਸ ਕੀਤਾ ਸੀ ਵੀ ਡਰੱਗਸ ਨੂੰ ਲੈ ਕੇ ਜਿਹੜੀ ਇੱਕ ਉਹ ਬਣਾਣੀ ਹੈ ਕਿ ਅਸੀਂ ਡਰੱਗਸ ਨੂੰ ਲੈ ਕੇ ਇਕੱਲੇ ਘਰ 'ਚ ਇਕੱਲੇ ਪਿੰਡ 'ਚ ਜਾਣਾ ਹੈ, ਇਹਦੇ ਉੱਤੇ ਉਹ ਜਾ ਰਹੇ ਨੇ ਵੀ ਕਿਵੇਂ ਅਸੀਂ ਇੱਥੇ ਮਤਲਬ ਆਪਣੀ ਪਕੜ ਮਜ਼ਬੂਤ ਕਰੀਏ ਤਾਂ ਕਿ ਅਸੀਂ 24 'ਚ ਤੇ ਉਸ ਤੋਂ ਬਾਅਦ 27 'ਚ ਫੁੱਲ ਫਲੈਸ਼ਡ ਇਕੱਲੇ ਆਪਣੇ ਤੌਰ ਤੇ ਲੜ ਕੇ ਸਰਕਾਰ ਬਣਾਈਏ। ਜਾਖੜ ਸਾਹਿਬ ਤਾਂ ਉਹਦੀ ਤਿਆਰੀ 'ਚ ਨੇ, ਤੁਸੀਂ ਠੀਕ ਕਿਹਾ, ਪਰ ਜਦੋਂ ਇਹ ਇਸ਼ੂ ਆ ਜਾਊਗਾ ਤਾਂ ਜਵਾਬਦੇਹੀ ਔਖੀ ਹੋ ਜਾਂਦੀ ਹੈ ਕਿ ਯਾਰ ਤੁਹਾਡੀ ਹੀ ਪਾਰਟੀ ਜਿਹੜੀ ਹੈਗੀ ਹੈ ਸਾਡਾ ਚੰਡੀਗੜ੍ਹ ਦੇ ਵਿੱਚ ਕਲੇਮ ਘਟਾਈ ਜਾ ਰਹੀ ਹੈ ਤੇ ਤੁਸੀਂ ਇੱਥੇ ਸਾਨੂੰ ਕਿਸੇ ਹੋਰ ਰਾਹ ਪਾਈਏ ਨਾ। ਸੋ ਕਈ ਮੁੱਦੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਉੱਤੇ ਜਵਾਬ ਦੇਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸੇਮ ਅੱਜ ਮੈਨੂੰ ਲੱਗਦਾ ਪੋਜੀਸ਼ਨ ਜਾਖੜ ਸਾਹਿਬ ਦੀ ਵੀ ਹੋ ਜਾਣੀ। ਦੇਖੋ, ਇਹ ਸਵਾਲ ਮੈਂ ਕੱਲ ਵੀ ਉਠਾਇਆ ਸੀ ਕਿ ਹਰੇਕ ਨੈਸ਼ਨਲ ਪਾਰਟੀ ਜਿਹਦੇ ਹਿੱਤ ਗੁਆਂਢੀ ਰਾਜ ਵਿੱਚ ਵੀ ਹੋਣ ਤੇ ਟਕਰਾਉਂਦੇ ਹੋਣ, ਉਹਨਾਂ ਨੂੰ ਲੜਨਾ ਬਹੁਤ ਔਖਾ ਹੋ ਜਾਂਦਾ।
ਇੱਥੇ ਇੱਕ ਅਪਵਾਦ ਸੀਗਾ ਅਕਾਲੀ ਦਲ ਕੋਲ ਇੱਕ ਮੌਕਾ ਥੋੜੇ ਦਿਨ ਪਹਿਲਾਂ ਆਇਆ ਸੀ, ਜਦੋਂ ਮੁੱਖ ਮੰਤਰੀ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਗੁਰਦੁਆਰਾ ਐਕਟ ਆ ਉਹਦੇ ਵਿੱਚ ਸੋਧ ਕੀਤੀ ਸੀ। ਉਦੋਂ ਵੀ ਇਹਨਾਂ ਨੇ ਕਿਹਾ ਸੀ ਅਸੀਂ ਮੋਰਚਾ ਲਾਵਾਂਗੇ। ਅਕਾਲੀ ਦਲ 'ਚ ਦਮਖਮ ਨਹੀਂ ਰਿਹਾ ਲੱਗਦਾ। ਹੁਣ ਜਦੋਂ ਆਮ ਆਦਮੀ ਪਾਰਟੀ, ਭਾਜਪਾ ਤਾਂ ਚਲੋ ਹੈ ਹੀ ਆ ਨਿਸ਼ਾਨੇ ਤੇ, ਔਰ ਇਹਦੇ ਨਾਲ ਕਾਂਗਰਸ, ਇਹ ਸਾਰੇ ਦੇ ਸਾਰੇ ਲੜਨ ਜੋਗੇ ਨਹੀਂ ਰਹੇ। ਉਸ ਵੇਲੇ ਅਕਾਲੀ ਦਲ ਹੈ, ਉਹਦੇ ਵੱਲੋਂ ਕੋਈ ਪ੍ਰੋਗਰਾਮ ਨਾ ਆਉਣਾ ਜਾਂ ਪ੍ਰੋਗਰਾਮ ਸੰਬੰਧੀ ਕੋਈ ਇਸ ਤਰ੍ਹਾਂ ਦੀ ਥ੍ਰੈਟ ਵੀ ਨਾ ਆਉਣੀ ਕਿ ਅਸੀਂ ਲੜਾਂਗੇ। ਸੁਖਬੀਰ ਬਾਦਲ ਸਿਰਫ ਬਲੇਮ ਗੇਮ 'ਚ ਪੈ ਜਾਂਦੇ ਆ। ਹੁਣ ਵੇਖਣ ਵਾਲੀ ਗੱਲ ਹੈ ਕਿ ਉਹ ਐਨਡੀਏ ਦਾ ਹਿੱਸਾ ਨਹੀਂ ਬਣੇ। ਸੁਨੀਲ ਜਾਖੜ ਕਹਿ ਚੁੱਕਿਆ ਵੀ ਹੁਣ ਛੋਟੇ ਛੋਟੇ ਭਰਾ ਵਾਲੀਆਂ ਗੱਲਾਂ ਛੱਡੋ, ਹੁਣ ਸਾਨੂੰ ਇਹ ਮਨਜ਼ੂਰ ਨਹੀਂ ਗਿਆ, ਔਰ ਇਹ ਮਾਈਂਡ ਗੇਮ ਜਿਹੜੀ ਹੈ ਨਾ, ਜਦੋਂ ਐਸਾ ਮੌਕਾ ਸੀ ਕਿ ਸੁਖਬੀਰ ਬਾਦਲ ਕੇਂਦਰੀ ਸੱਤਾ ਦੇ ਨਾਲ ਪੂਰਾ ਆਮਣੇ ਸਾਹਮਣੇ ਹੋ ਸਕਦੇ ਸੀ ਚੰਡੀਗੜ੍ਹ ਦੇ ਮੁੱਦੇ ਤੇ, ਔਰ ਆਪਣਾ ਖੇਤਰੀ ਤੇ ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਦਾ ਦਾਅਵਾ ਮਜ਼ਬੂਤ ਕਰ ਸਕਦੇ ਸੀ, ਉਹਨਾਂ ਨੇ ਸਿਰਫ ਬਲੇਮ ਗੇਮ ਚੁਣੀ ਕਿ ਆਮ ਆਦਮੀ ਪਾਰਟੀ ਰਲੀ ਹੋਈ ਹੈ, ਬਜਾਏ ਦੇ ਕਿ ਉਹ ਸੈਂਟਰਲ ਸੱਤਾ ਜਿਹੜੀ ਚੰਡੀਗੜ੍ਹ ਨੂੰ ਆਪਰੇਟ ਕਰਦੀ ਹੈ ਉਹਦੇ ਖਿਲਾਫ ਖੁੱਲ ਕੇ ਸਾਹਮਣੇ ਆਉਂਦੇ। ਮੈਨੂੰ ਲੱਗਦਾ ਕੋਈ ਅੰਦਰਲੇ ਡਰ ਤਾਂ ਨਹੀਂ ਗੇ। ਇਹ ਮੈਨੂੰ ਇੰਦਰਪ੍ਰੀਤ ਜੀ ਹਮੇਸ਼ਾ ਲੱਗਦਾ ਕਿ ਤੁਸੀਂ ਜਦੋਂ ਤੁਹਾਡੇ ਕੋਲ ਮੌਕਾ ਆਉਂਦਾ ਤੁਸੀਂ ਠੁੱਸ ਜੇ ਹੋ ਜਾਂਦੇ ਹੋ, ਠਾਂ ਨੂੰ ਹੋ ਜਾਂਦੇ ਹੋ, ਤੁਸੀਂ ਸੋਚਦੇ ਹੋ ਲੜਨਾ, ਇੱਕ ਕਦਮ ਗਾਂਹ ਹੋ ਕੇ 3 ਕਦਮ ਪਿਛਾਂਹ ਨੂੰ ਭੱਜ ਜਾਂਦੇ ਹੋ। ਇਹਦਾ ਮਤਲਬ ਹੈ ਕਿ ਤੁਸੀਂ ਉਹ ਦਾਅਵਾ ਛੱਡ ਚੁੱਕੇ ਹੋ ਜਿਹੜਾ ਤੁਹਾਡੀ ਵਿਰਾਸਤ ਵਿੱਚ ਪਿਆ, ਜਿਹੜਾ ਤੁਹਾਡੀ 100 ਸਾਲ ਦੇ ਇਤਿਹਾਸ 'ਚ ਪਿਆ। ਤੁਸੀਂ ਉਹਨੂੰ ਹੁਣ ਕੈਰੀ ਨਹੀਂ ਕਰ ਸਕਦੇ ਜਾਂ ਕੈਰੀ ਕਰਨ ਜੋਗੇ ਹੀ ਨਹੀਂ ਰਹੇ।